TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਪੇਸ਼ ਹੋਏ ਹਾਂ। ਬੀਤੇ ਦਿਨੀ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ, ਜਿਸ ਦਿਨ ਇਸ ਦੁਨੀਆ ਤੋਂ ਇੱਕ ਮਹਾਨ ਕਲਮ, ਇੱਕ ਮਹਾਨ ਗੀਤਕਾਰ, ਇੱਕ ਚਲਦੀ ਫਿਰਦੀ ਗੀਤਾਂ ਦੀ ਮਸ਼ੀਨ ਰੁਖਸਤ ਹੋਈ, ਦੇਵ ਥਰੀਕੇ ਵਾਲੇ ਸਾਹਿਬ, ਕਿ ਉਹਨਾਂ ਦੇ ਉੱਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਏਗਾ। ਕਿਉਂਕਿ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਜ਼ਿਕਰ ਕੀਤਾ ਸੀ, ਮੈਂ ਆਖਿਆ ਸੀ ਕਿ ਘੰਟਿਆਂ ਬੱਧੀ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹਰਦੇਵ ਸਿੰਘ ਦੀ ਗੱਲ ਕਰਾਂ, ਹਰਦੇਵ ਸਿੰਘ ਤੋਂ ਬਣੇ ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ ਤੋਂ ਬਣੇ ਹਰਦੇਵ ਕਹਾਣੀਕਾਰ, ਕਹਾਣੀਕਾਰ ਹਰਦੇਵ ਸਿੰਘ ਤੋਂ ਬਣੇ ਹਰਦੇਵ ਦਲਗੀਰ, ਹਰਦੇਵ ਦਲਗੀਰ ਤੋਂ ਫਿਰ ਦੇਵ ਥਰੀਕੇ ਵਾਲੇ। ਜਿਹੜੇ ਲੋਕ ਪੰਜਾਬੀ ਗੀਤਾਂ ਨਾਲ ਥੋੜੀ ਬਹੁਤ ਵੀ ਮੁਹੱਬਤ ਰੱਖਦੇ ਐ, ਬੱਚਾ ਬੱਚਾ ਘਰ ਘਰ ਦੇ ਵਿੱਚ ਦੇਵ ਥਰੀਕੇ ਵਾਲੇ ਦੇ ਚਰਚੇ ਜ਼ਰੂਰ ਹੋਏ ਨੇ ਤੇ ਭਲੀ ਭਾਂਤ ਉਹਨਾਂ ਦੇ ਨਾਮ ਤੋਂ ਜਾਣੂ ਹੈ। ਦੇਵ ਥਰੀਕੇ ਵਾਲੇ ਉਹ ਗੀਤਕਾਰ ਨੇ ਜਿਹੜੇ 4 ਦਹਾਕਿਆਂ ਤੱਕ ਪੰਜਾਬ ਦੀਆਂ ਖੁੰਡਾਂ ਤੇ ਸੱਥਾਂ ਤੇ ਗੱਲਾਂ ਕਰਵਾਉਂਦੇ ਰਹੇ, ਪੰਜਾਬ ਦੇ ਬਨੇਰਿਆਂ ਤੇ ਵੱਜਦੇ ਰਹੇ। ਉਹਨਾਂ ਦੇ ਕੁਝ ਧਾਰਮਿਕ ਗੀਤ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਸੁਣਾਈ ਦਿੰਦੇ ਰਹੇ ਤੇ ਅੱਜ ਡੀਜੇ ਤੱਕ ਦਾ ਜ਼ਮਾਨਾ, ਉੱਥੋਂ ਤੱਕ ਦੇਵ ਸਾਹਿਬ ਦੇ ਲਿਖੇ ਗੀਤ ਉਹਨਾਂ ਦੀ ਤੂਤੀ ਬੋਲਦੀ ਹੈ ਅਤੇ ਬੋਲਦੀ ਰਹੇਗੀ। ਹਰਦੇਵ ਸਿੰਘ ਤੋਂ ਜਾਂ ਦੇਵ ਥਰੀਕੇ ਵਾਲੇ ਦਾ ਜ਼ਿਕਰ ਕਰਾਂ ਕਿ ਹਰਦੇਵ ਸਿੰਘ ਤੋਂ ਦੇਵ ਥਰੀਕੇ ਵਾਲੇ ਤੱਕ ਦਾ ਪੈਂਡਾ ਛੋਟਾ ਹੈ? ਨਹੀਂ, ਇਹ ਬਹੁਤ ਲੰਬਾ ਹੈ। ਸਿਰਫ ਲੰਬਾ ਹੀ ਨਹੀਂ, ਕਾਫੀ ਔਖਾ ਵੀ ਹੈ। ਜੇ ਹੁਣ ਤੁਸੀਂ ਸੋਚਦੇ ਹੋਵੋ ਕਿ 1-2 ਗੀਤਾਂ ਦੇ ਮੈਂ ਹਵਾਲੇ ਦੇ ਦਿਆਂ ਤੇ ਦੇਵ ਥਰੀਕੇ ਵਾਲੇ ਸਾਹਿਬ ਦੀ ਮੈਂ ਗੱਲ ਸ਼ੁਰੂ ਕਰ ਦਿਆਂ, ਮੈਂ ਖੁਦ ਇਹ ਮਹਿਸੂਸ ਕਰਦਾ ਕਿ ਏਡੀ ਵੱਡੀ ਕਲਮ ਦੇ ਨਾਲ, ਏਡੇ ਵੱਡੇ ਮਹਾਨ ਸ਼ਾਇਰ ਦੇ ਨਾਲ, ਗੀਤਕਾਰ ਦੇ ਨਾਲ ਬੇਇਨਸਾਫੀ ਹੋਣੀ ਹੈ। ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਣੀ ਹੈ। ਕਿਉਂਕਿ ਮੈਂ ਕਿਸ ਗੀਤ ਦਾ ਹਵਾਲਾ ਦੇਵਾਂ, ਕਿਹੜਾ ਗੀਤ ਛੱਡ ਦਿਆਂ ਤੇ ਕਿਹਦਾ ਮੈਂ ਜ਼ਿਕਰ ਕਰ ਦਿਆਂ। ਉਹਨਾਂ ਦੇ ਲਿਖੇ ਗੀਤ ਇੱਕ ਤੋਂ ਵੱਧ ਕੇ ਇੱਕ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਨੇ। ਦੇਵ ਥਰੀਕੇ ਵਾਲੇ ਸਾਹਿਬ ਦੇ ਬਾਬਤ ਕੁਝ ਇੱਕ ਨਿੱਜੀ ਮੁਲਾਕਾਤਾਂ ਦੇ ਹਵਾਲੇ ਦੇਣੇ ਨੇ, ਕੁਝ ਇੱਕ ਡਾਕੂਮੈਂਟਡ ਗੱਲਾਂ ਜਿਹੜੀਆਂ ਉਹ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਹੋ ਸਕਦਾ ਤੁਸੀਂ ਦੇਵ ਥਰੀਕੇ ਵਾਲੇ ਦੇ ਬਾਬਤ ਸਿਰਫ ਇਹ ਜਾਣਦੇ ਹੋਵੋ ਕਿ ਆਹ ਗੀਤ ਉਹਨਾਂ ਦਾ ਸੀ, ਉਹ ਗੀਤ ਉਹਨਾਂ ਦਾ ਸੀ, ਫਲਾਣੇ ਨੇ ਗੀਤ ਗਾਏ ਤੇ ਧਮਕੇ ਨੇ ਗੀਤ ਗਾਏ। ਪਰ ਦੇਵ ਥਰੀਕੇ ਵਾਲੇ ਸਾਹਿਬ ਦਰਅਸਲ ਇੱਥੋਂ ਤੱਕ ਪਹੁੰਚੇ ਕਿਵੇਂ ਸੀ? ਦੇਵ ਸਾਹਿਬ ਦਾ ਜਨਮ 19 ਸਤੰਬਰ ਤੇ 1939 ਨੂੰ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣੇ ਦੀ ਵੱਖੀ ਦੇ ਵਿੱਚ ਵਸਦਾ ਪਿੰਡ ਥਰੀਕੇ ਸਰਦਾਰ ਰਾਮ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਅਮਰ ਕੌਰ ਦੀ ਕੁੱਖੋਂ ਹੁੰਦਾ ਤੇ ਉਹ ਕੁੱਖ ਬੜੀ ਸੁਲੱਖਣੀ ਹੋਣੀ ਹੈ, ਜਿਨ੍ਹਾਂ ਨੇ ਦੇਵ ਥਰੀਕੇ ਵਰਗੇ ਪੁੱਤਰ ਨੂੰ ਜਨਮ ਦਿੱਤਾ। ਮੈਂ ਇਹ ਵੀ ਦੱਸ ਦਿਆਂ ਕਿ ਦੇਵ ਸਾਹਿਬ ਦਾ ਜਨਮ ਪਿੰਡ ਥਰੀਕੇ ਹੋਇਆ ਤੇ ਥਰੀਕੇ ਪਿੰਡ ਨੂੰ ਹਰਦੇਵ ਨੇ ਕਹਾ, ਹਰਦੇਵ ਦਲਗੀਰ ਨੇ ਕਹਾ ਜਾਂ ਦੇਵ ਥਰੀਕੇ ਵਾਲੇ ਨੇ ਕਹਾ, ਦੁਨੀਆ ਦੇ ਨਕਸ਼ੇ ਤੇ ਪਹਿਚਾਣ ਦਿੱਤੀ ਹੈ। ਪਰ ਇਹ ਵੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਉਹਨਾਂ ਦਾ ਇਹ ਜੱਦੀ ਪਿੰਡ ਨਹੀਂ। ਅਸਲ ਦੇ ਵਿੱਚ ਦੇਵ ਸਾਹਿਬ ਦਾ ਜੱਦੀ ਪਿੰਡ ਤਾਂ ਸੰਗਰੂਰ ਜ਼ਿਲ੍ਹੇ 'ਚ ਰਹੀੜਾ ਹੈ। ਅਸਲ ਦੇ ਵਿੱਚ ਦੇਵ ਸਾਹਿਬ ਦੀ ਭੂਆ ਕਿਰਪ ਕੌਰ ਥਰੀਕੇ ਪਿੰਡ ਦੇ ਹਰੀ ਸਿੰਘ ਨੂੰ ਵਿਆਹੀ ਹੋਈ ਸੀ। ਉਹਨਾਂ ਦੇ ਫੁੱਫੜ ਹਰੀ ਸਿੰਘ ਓਵਰਸੀਅਰ ਲੱਗੇ ਹੋਏ ਸਨ। ਉਹਨਾਂ ਦੀ ਡਿਊਟੀ ਸ਼ਿਮਲੇ ਹੋਇਆ ਕਰਦੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ, ਜਿਨ੍ਹਾਂ ਦਿਨਾਂ ਦੀ ਮੈਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਸ਼ਿਮਲਾ ਪੰਜਾਬ ਦਾ ਹਿੱਸਾ ਹੁੰਦਾ ਸੀ, ਭਾਵ ਹਰਿਆਣਾ ਤੇ ਹਿਮਾਚਲ ਵੱਖਰੇ ਸੂਬੇ ਨਹੀਂ ਸਨ। ਕੁਦਰਤੀ ਕਿਰਪ ਕੌਰ ਢਿੱਡੋਂ ਨਾ ਫੁੱਟ ਸਕੀ ਤੇ ਇਹਦੇ ਤੋਂ ਅਗਲੀ ਦੁਖਦਾਇਕ ਘਟਨਾ ਕਿ ਕਿਰਪ ਕੌਰ ਦਾ ਛੋਟਾ ਭਰਾ ਰਾਮ ਧਨ ਸਿੰਘ, ਉਸ ਦੀ ਪਤਨੀ ਥੋੜੇ ਵਕਫੇ ਤੋਂ ਬਾਅਦ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਅਕਾਲ ਚਲਾਣਾ ਕਰ ਗਏ। ਤੇ ਉਸ ਵੇਲੇ ਕਿਰਪ ਕੌਰ ਦਾ ਭਤੀਜੇ ਤੇ ਰਾਮ ਧਨ ਦੇ ਪੁੱਤਰ ਦੀ ਉਮਰ ਸਿਰਫ 4 ਵਰ੍ਹੇ, ਜਿਸ ਦਾ ਨਾਮ ਫਿਰ ਰਾਮ ਸਿੰਘ ਸੀ। ਕਿਰਪ ਕੌਰ ਆਪਣੇ ਬਾਵਲ ਦੇ ਵਿਹੜੇ ਦੇ ਚਿਰਾਗ ਰਾਮ ਸਿੰਘ ਨੂੰ ਦੁੱਖ ਤਾਂ ਲੱਗਣਾ ਸੀ, ਯਤੀਮ ਹੋਣ ਦਾ ਹੋਰ ਵੀ ਡਾਢਾ ਦੁੱਖ ਹੋਇਆ। ਉਹ ਆਪਣੇ ਭਤੀਜੇ ਰਾਮ ਸਿੰਘ ਨੂੰ ਆਪਣੇ ਕੋਲ ਸ਼ਿਮਲੇ ਲੈ ਕੇ ਚਲੇ ਗਏ। ਹਰੀ ਸਿੰਘ ਸੇਵਾ ਮੁਕਤ ਹੋ ਜਾਂਦੇ ਨੇ ਤੇ ਪਰਿਵਾਰ ਸਮੇਤ ਸੇਵਾ ਮੁਕਤੀ ਤੋਂ ਬਾਅਦ ਪਿੰਡ ਥਰੀਕੇ ਆ ਕੇ ਵਸ ਜਾਂਦੇ ਨੇ। ਉਹਨੇ ਰਾਮ ਸਿੰਘ ਦਾ ਪਾਲਣ ਪੋਸ਼ਣ ਕਿਸੇ ਬੇਗਾਨੇ ਵਾਂਗ ਨਹੀਂ,
सगों अपने पुत्तरां वांग कीता। और बहुते पिंड दे लोग जिहड़े देव थरीके वाले दे सन, थरीके पिंड दे लोकां नूं इह भी नहीं सी पता कि राम सिंह हरी सिंह होरां दा पुत्तर है जां उहदी घरवाली दा भतीजा राम सिंह जवान होया है ते भाई के दयालपुरे जिला बठिंडा दे विच विआहिआ। राम सिंह दे घर फिर अगे दो पुत्र पैदा होंदे ने, उन्हां विचों जिन्हां दी अज आपां जानकारी तुहाडे नाल साझी कर रहे हां, हरदेव सिंह ते दूसरे गुरदेव सिंह। छोटा गुरदेव सिंह ते वड्डा हरदेव सिंह ਜਿਹੜੇ ਬਾਅਦ ਦੇ ਵਿੱਚ ਦੇਵ ਤਰੀਕੇ ਵਾਲੇ ਬਣ ਕੇ ਦੁਨੀਆ ਦੇ ਨਕਸ਼ ਤੇ ਅਮਿੱਟ ਪੈੜਾਂ ਪਾ ਕੇ ਦੁਨੀਆ ਤੋਂ ਰੁਖਸਤ ਹੋਏ ਨੇ। ਦੇਵ ਤਰੀਕੇ ਵਾਲੇ ਸਾਹਿਬ ਨੇ ਪ੍ਰਾਇਮਰੀ ਸਕੂਲ ਦੀ ਜਿਹੜੀ ਵਿੱਦਿਆ ਹੈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਮਿਡਲ ਸਕੂਲ ਨਾਲ ਦੇ ਪਿੰਡ ਲਲਤੋਂ ਤੋਂ ਪੜ੍ਹਾਈ ਕੀਤੀ। ਲਲਤੋਂ ਸਕੂਲ ਦੇ ਵਿੱਚ ਪੜ੍ਹਦੇ ਸਮੇਂ ਮਾਸਟਰ ਹਰੀ ਸਿੰਘ ਤੋਂ ਸਾਹਿਤਿਕ ਜਾਗ ਲੱਗ ਗਈ। ਉਹ ਵਧੀਆ ਕਹਾਣੀਕਾਰ, ਉਹ ਵਧੀਆ ਨਾਵਲਕਾਰ ਸਨ। हरदेव थरीके वालियां कहानियां मैं थरीके वाले वार-वार जिक्र कर रहे हैं क्योंकि मैं हरदेव कहां शायद तुहाडे च पहचान उन्हां दी देव थरीके वाले करके है, पर उस वक्त तो थरीके वाले शब्द की वरतों नहीं सी करते। देव साहब कहां उन्हां दीयां कहानियां वो लिखण लग पे, जो वो लिखते हरी सिंह दिलबर होरां नूं जाके दिखाउंदे ते पढ़ाउंदे। उन्हां दीयां लिखतां पढ़ के एक दिन दिलबर साहब के मूहों अचनचेत निकलिया कि काका तू जरूर एक दिन वड्डा लिखारी बनेगा। उन्हां दे आखे बोल अज सच ने जिस दियां आपां बातां पा रहे हैं। देव साहब ने जगराउं तो JBT कर लई। उस समय दौरान ही उन्हां दा पिंड सहोली दे सरदार अर्जन सिंह दी धी प्रीतम कौर दे नाल विआह हुंदा है। 1960 दे विच देव साहब मल्टीपर्पज स्कूल लुधियाना दे विच अध्यापक लग जांदे ने ਅਤੇ ਉਹਨਾਂ ਦਾ ਇੱਕ ਮਿੱਤਰ ਹੁੰਦਾ ਸੀ। ਮਿੱਤਰ ਦਾ ਨਾਮ ਪ੍ਰੇਮ ਕੁਮਾਰ ਸ਼ਰਮਾ ਜੋ ਸਿਉੜੇ ਪਿੰਡ ਤੋਂ ਸਨ, ਤੇ ਇੱਕ ਹੋਰ ਉਹਨਾਂ ਦਾ ਮਿੱਤਰ ਸੀ ਡਾਕਟਰ ਦੱਤਾ ਜੋ ਕੁਮਾਰ ਮੰਡੀ ਲੁਧਿਆਣਾ ਤੋਂ ਸਨ। ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਕਰੀਬਨ 1961 ਦੀ ਹੈ। ਪ੍ਰੇਮ ਕੁਮਾਰ ਸ਼ਰਮਾ ਦਰਅਸਲ ਇੱਕ ਚੰਗੇ ਗਵਈਏ ਸਨ, ਚੰਗਾ ਗਾਉਂਦੇ ਸੀ। ਉਹਨਾਂ ਵੇਲਿਆਂ ਦੇ ਵਿੱਚ HMV ਪਹਿਲਾਂ ਸਿਲੈਕਟ ਕਰਿਆ ਕਰਦੀ ਸੀ ਕਿ ਇਹ ਬੰਦਾ ਸੱਚਮੁੱਚ ਚੰਗਾ ਗਾ ਲੈਂਦਾ, ਅੱਜ ਵਾਂਗ ਨਹੀਂ कि मेरा दिल किया गा के YouTube ते पा दिता ते अगे गाउण वाले भी, लिखण वाले भी, सुनन वाले सारे इक्को तरह के। प्रेम कुमार शर्मा की सिलैक्शन हो गई, HMV कंपनी विच हो गई, तो फिर अगला मसला खड़ा हुंदा कि प्रेम कुमार गीत किहड़े गावे। ते उन्हां दिनां दे विच थरीकियां दे नाल दे पिंड हसनपुर दा इंद्रजीत, बहुत मशहूर गीतकार इंद्रजीत हसनपुरी, वो बहुत चर्चा विच सन उस वक्त, बहुत वड्डा गीतकारी विच नाम सी। प्रेम होरां ने देव साहब नूं कहा कि तू मैनूं हसनपुरी तो गीत ही लैके दे दे क्योंकि इंद्रजीत तेरे गुआढ़ी पिंड दा है। देव साहब ने 2-3 वार हसनपुरी कोल चक्कर मारे। हसनपुरी साहब टाला टप्पा जा ला देंदे, लारा लूरा ला के मोड़ दिया करन, पर कोई गीत ना दिता, हर वार टालते रहे। शायद वो किसी नवें गायक कलाकार नूं उस वक्त गीत देना नहीं सी चाहुंदे क्योंकि इंद्रजीत हसनपुरी होरां दे नाम दा डंका वजदा सी। ते उधरों HMV दे विच सिलैक्शन हो चुकी है प्रेम कुमार दी, रिकॉर्डिंग की तरीक नेड़े आ रही है प्रेम कुमार दी। प्रेम कुमार ते डॉक्टर दत्ता कुमार मंडी दे च रहिंदे सन, ते उत्थे एक दिन मित्र ढाणी जुड़ी हुई है। उन्हां आखिया कि जे हसनपुरी गीत नहीं दिंदा, देव यार तू भी तां लिखी लैना, तू कहानियां लिखदा है, ਐਡੀ ਵਧੀਆ ਤੂੰ ਕਹਾਣੀ ਲਿਖ ਦਿੰਦਾ, ਗੀਤ ਤਾਂ ਬੜਾ ਛੋਟਾ ਹੁੰਦਾ, ਗੀਤ ਹੀ ਲਿਖ ਦੇ। ਹੁਣ ਕਹਾਣੀਕਾਰ ਲਈ ਗੀਤ ਲਿਖਣੇ ਉਹਨਾਂ ਦੇ ਅਨੁਸਾਰ ਕੋਈ ਵੱਡੀ ਗੱਲ ਨਹੀਂ, ਪਰ ਇਹ ਪੂਰਬ ਤੇ ਪੱਛਮ ਵਾਲਾ ਕੰਮ ਹੈ। ਕਹਾਣੀ ਕੁਝ ਹੋਰ ਹੈ ਤੇ ਗੀਤ ਕੁਝ ਹੋਰ ਹੈ। ਬਸ ਇੱਥੋਂ ਮੁੱਢ ਵੱਜਦਾ ਹੈ ਦੇਵ ਤਰੀਕੇ ਵਾਲੇ ਸਾਹਿਬ ਦੀ ਗੀਤਕਾਰੀ ਦਾ। ਦੇਵ ਸਾਹਿਬ ਦੇ ਅੰਦਰ ਸੱਚਮੁੱਚ ਇੱਕ ਕਹਾਣੀਕਾਰ ਤਾਂ ਸੀ ਜੋ ਬਾਹਰ ਨਿਕਲ ਚੁੱਕਿਆ ਸੀ, ਪਰ ਗੀਤਕਾਰ ਹਾਲੇ ਅੰਦਰ ਸੁੱਤਾ ਪਿਆ ਸੀ, ਉਹ ਜਾਗ ਪਿਆ। ਪੈਂਦੀ ਸੱਟੇ देव साहब ने 4 गीत लिख धरे। देव साहब की किस्मत आखिए जां प्रेम कुमार की किस्मत आखिए, HMV कोलों गीत भी लैके, क्योंकि HMV ने अप्रूव करने सी। HMV के मैनेजर सन संत राम, उन्होंने 4 गीत पढ़े, पहली नज़रे सिलैक्ट कर लए। प्रेम कुमार शर्मा की रिकॉर्डिंग हो गई, गायक भी नवां है, गीतकार भी नवां है। HMV ने 2 गीतों के तवे बना के रिलीज़ कर दिते। वो गीत सन हौली हौली नच पतलो तेरी गुत्त गिट्टियां विच वजदी,
भाभी तेरी धौण दे उत्ते गुत्त मेल दी नाग बन काला, तेरी जुत्ती दे छणक दे बोर पैरां च पंजेबां वालीए, हाकां मारदे बकरियां वाले। ये 4 गीत जिहड़े उन्होंने वख-वख लिखे। इत्थों देव थरीकियां वाले दी गीतकारी की शुरुआत होंदी है। देव दी गीतकारी का सफ़र शुरू होंदा है ते प्रेम कुमार इन्हां गीतां तो बाद इन्ने क चले कि सिद्धे बंबई चले जाते हैं। पर एक चंगे एक उत्तम गीतकार के कारण वो तो सीधे लुधियाने बंबई चले गए। तो ये तो बाद जमालपुर वाले करनैल गिल ने जदों देखा कि HMV दे विच गीत चल गए ने, देव साहब तो 2 गीत लैके रिकॉर्ड करवा दिते। एक सी अंबियां नूं तरसेगी छड्ड के देश दुआबा, दूसरा गीत सी गड्डी चढ़दी भना लै गोडे चा मुकलावे दा। इहदे तो बाद चल सो चल देव थरीके वाले साहब ने कदी पिछा मुड़ के नहीं देखा। पंजाब दा किहड़ा चोटी दा गवैया जिहड़ा देव थरीके वाले साहब दे गीत गाउणे लोचदा जां सोचदा नहीं सी। एक वारी देव साहब नरिंदर बीबा दे घर गए तां महसूस किया कि नरिंदर बीबा ते उन्हां दे घर वाले हरपाल सिंह पाली दे विचकार कोई मामूली झगड़ा होया होया है, क्योंकि पति पत्नी दे विचकार अक्सर झगड़े हो जाया करते हैं। ते बीबा दीआं अखां सिल्लियां सन, कुछ कहे तो बगैर कुछ पुछे तो बगैर देव साहब एक गीत लिखते हैं जो बीबा अपने पति पाली नूं संबोधन करके फिर गाउंदे है। देव साहब का लिखिया गीत सी, नरिंदर बीबा की आवाज़ दे विच बड़ा हिट होया सी। उहदे बोल सी, कानू मारदा चंदरिया शमकां मैं कच दे गलास वर्गी, फिर रोवेगा ढिले जे बुल करके बेपाली बीबा जदों मरगी, काला घग्गरा संदूक विच मेरा तू देख देख रोवेगा जट्टा, बैण पाई किकरां दे गल लग के तू देख मेरा डोरिया खट्टा, लाली खा गया बुल्लां दी गम मेरी पतासे वांगू देव खुर गई, फिर रोवेगा ढिले जे बुल करके। जदों ये गीत गाया सो इहदे नाल बहुत कमाल दा हिट ते सुपर हिट गीत हो निबड़िया कि पाली बीबा जदों मर गई। फिर की सी कि देव साहब दे लिखे गीतां दी पुछ पड़ताल 4 चुफेरे वध गई। देव साहब दे लिखे गीत पंजाब दे चोटी दे गायकां दी आवाज़ दे विच रिकॉर्ड होण लग पए, पर उन्हां नूं अपने आप एक कमी जी महसूस हो रही सी, जिस नूं दूर करने वास्ते देव थरीके वाले साहब, क्योंकि उन्हां दा उस्ताद उस वक्त गीतकारी विच कोई नहीं, क्योंकि कहानी तो दिलबर साहब तो प्रेरित होकर लिखण लग पे, उन्होंने कहानी लिख के सुना दिया करन। उस वक्त तूती बोलिया करती सी गुरदेव सिंह मान होरां दी, जिहड़े बाद दे विच कनेडा दे विच साडे अपने नेड़ले शहर एबसपोर्ट दे विच रहा करते सन। गुरदेव सिंह मान दे चरनी जाके लग गए। गुरदेव सिंह मान नूं पग दे के उन्हां नाल बकायदा तौर ते देव साहब उस्तादी शागिर्दी करते हैं। मान साहब दे लड़ लग के देव साहब परपक्क गीतकार बन के उभरे। उन्हां दे गीत अपने वेलियां दे जिन्ने भी मशहूर गायक होए ने, जिन्हां दे विच चांदी राम दी तूती बोलिया करदी सी, शांति देवी, नरिंदर बीबा, स्वर्णलता, जगमोहन कौर, सुरिंदर कौर, साबर हुसैन साबर, ये सारे उन्हां दे गीतां दी मंग दे कारण उन्हां तो गीत लैंदे अते रिकॉर्ड करवाउंदे। एक गल होर दसदे हां कि प्रसिद्ध गीतकार ते गायक दीदार संधू साहब की आवाज़ दे विच होया सब तो पहला गीत भी उन्हां दा अपना लिखिया नहीं सी, वो भी देव थरीके वाले साहब का लिखिया सी, क्योंकि देव थरीके वाले साहब का अते दीदार संधू होरां दा पिंड भरोवाल ये भी कोई बहुती दूरी ते विथ ते नहीं, ये भी नेड़े नेड़े पैंदे ने। गीत दे बोल सी जिहड़ा दीदार संधू होरां दी आवाज़ दे विच सब तो पहला गीत रिकॉर्ड हुंदा ते देव थरीके वाले दा लिखिया हुंदा, वगदी नदी दे विच 2 जाणे नहाउंदे, वगदी नदी दे विच 2 जाणे नहाउंदे, ਚੱਕ ਦੇ पल्ला नहीं तेरे पैरी हथ लाउंदे, वगदी नदी दे विच रंग कीने डोलिया, वगदी नदी दे विच रंग कीने डोलिया, जदों दी विआही कदे हस के ना बोलिया। फिर गल करते हैं पंजाबी दे दुगाना गायकी दे बादशाह जाने जाते हैं जनाब मुहम्मद सदीक। मुहम्मद सदीक ने भावें बहुते गीत मान मराड़ा वाले दे गाए ने, पर देव साहब दे भी कई गीत उन्होंने रिकॉर्ड करवाए, जिन्हां दे विचों किहदी खातर जिउण जोगिया ला के गया नसूड़ा, किहदी खातर जिउण जोगिया ला के गया नसूड़ा, राती रोंदी दा भेज जाए लाल पंघूड़ा। होर गीत जिहड़े उन्होंने गाए उन्हां विच
ਆ ਲੈ ਲੌਂਗ ਨੀ ਬਿਸ਼ਨੀਏ ਤੇਰਾ, ਨਰਮੇ ਚੋਂ ਸਾਨੂੰ ਲੱਭਿਆ। ਤੇ ਕਈ ਹੋਰ ਗੀਤ ਵੀ ਮੁਹੰਮਦ ਸਦੀਕ ਹੋਰਾਂ ਦੀ ਆਵਾਜ਼ ਦੇ ਵਿੱਚ ਦੇਵ ਸਾਹਿਬ ਦੇ ਲਿਖੇ ਆਏ। ਉਹਨਾਂ ਵੇਲਿਆਂ ਦਾ ਇੱਕ ਬਹੁਤ ਮਸ਼ਹੂਰ ਗਵਈਆ ਕਰਮਜੀਤ ਧੂਰੀ ਵਾਲਾ, ਜਿਨ੍ਹਾਂ ਦੇ ਪੁੱਤਰ ਅੱਜ ਕੱਲ੍ਹ ਮਿੰਟੂ ਧੂਰੀ ਪੰਜਾਬ ਦੇ ਇੱਕ ਚਰਚਿਤ ਗਵਈਏ ਨੇ। ਕਰਮਜੀਤ ਧੂਰੀ ਦੀ ਆਵਾਜ਼ ਦੇ ਵਿੱਚ ਦੇਵ ਸਾਹਿਬ ਦੇ 2 ਧਾਰਮਿਕ ਗੀਤ ਰਿਕਾਰਡ ਹੋਏ ਤੇ ਉਹ ਗੀਤ ਪੰਜਾਬੀ ਧਾਰਮਿਕ ਗੀਤਕਾਰੀ ਦਾ ਅੱਜ ਤੱਕ ਵੀ ਸਰਮਾਇਆ ਨੇ। ਤੇ ਇਹ ਗੀਤ ਉਹ ਗੀਤ ਨੇ ਜਿਹੜੇ ਪੰਜਾਬ ਦੇ ਹਰ ਪਿੰਡ 'ਚ, ਹਰ ਗੁਰੂ ਘਰ 'ਚ, ਹਰ ਅਖੰਡ ਪਾਠ 'ਚ, ਹਰ ਭੋਗ ਤੇ, ਹਰ ਵਿਆਹ ਤੇ ਪਿੰਡਾਂ ਦੇ ਵਿੱਚ ਅੰਮ੍ਰਿਤ ਵੇਲੇ ਜੇਕਰ ਸਭ ਤੋਂ ਵੱਧ ਸਪੀਕਰਾਂ 'ਚ ਵੱਜੇ ਜਾਣ ਵਾਲੇ ਗੀਤਾਂ ਦਾ ਕਦੀ ਜ਼ਿਕਰ ਹੋਇਆ ਤਾਂ ਇਹ ਗੀਤ ਦੇਵ ਸਾਹਿਬ ਦੇ ਲਿਖੇ ਤੇ ਕਰਮਜੀਤ ਧੂਰੀ ਦੇ ਗਾਏ ਹੋਏ ਸੀ। ਉਹਨਾਂ 'ਚ ਇੱਕ ਗੀਤ ਸੀ, ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਦੇਖਦੀ ਬੁਰਜ ਤੇ ਖੜ ਕੇ, ਘੋੜੀ ਗਾਵੇ ਪੋਤਿਆਂ ਦੀ ਬੈਠੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ। ਤੇ ਇੱਕ ਗੀਤ ਉਹਨਾਂ ਦਾ ਹੋਰ ਜਿਹੜਾ ਬਹੁਤ ਅੱਜ ਤੱਕ ਵੀ ਸੁਪਰ ਡੁਪਰ ਹਿੱਟ ਹੈ, ਰੱਬ ਨਾਲ ਠੱਗੀਆਂ ਕੋ ਮਾਰੇ ਬੰਦਿਆ, ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦਿਆ। ਇਹ ਉਹ ਗੀਤ ਨੇ ਜਿਹੜੇ ਹਰ ਇੱਕ ਸਮਾਗਮ ਦੀ ਸ਼ਾਨ ਬਣਦੇ ਰਹੇ। 70ਵੇਂ ਦੇ ਦਹਾਕੇ ਦੀ ਗੱਲ ਕਰ ਰਹੇ ਹਾਂ। 70ਵੇਂ ਦੇ ਕਰੀਬ ਦੇਵ ਸਾਹਿਬ ਗਿਆਸਪੁਰੇ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਸਨ। ਉਸ ਵੇਲੇ ਤੱਕ ਦੇਵ ਸਾਹਿਬ ਦੇ ਬਹੁਤ ਸਾਰੇ ਗੀਤ ਰਿਕਾਰਡ ਹੀ ਨਹੀਂ, ਬਹੁਤ ਸਾਰੇ ਗੀਤ ਹਿੱਟ ਹੀ ਨਹੀਂ, ਸੁਪਰ ਹਿੱਟ ਵੀ ਹੋ ਚੁੱਕੇ ਸੀ। ਗਿਆਸਪੁਰੇ ਮਾਸਟਰ ਗੁਰਦਿਆਲ ਸਿੰਘ ਨੇ ਦੇਵ ਸਾਹਿਬ ਕੋਲ ਇੱਕ ਦਿਨ ਮਾਣਕ ਦੀ ਗੱਲ ਕੀਤੀ ਕਿ ਬਈ ਇੱਕ ਨਵਾਂ ਮੁੰਡਾ ਆਇਆ ਹੈ, ਗਾਉਂਦਾ ਵਧੀਆ, ਪਰ ਗੱਲ ਇੱਥੇ ਕੁ ਤੱਕ ਹੀ ਰਹੀ ਤੇ ਉਹ ਆਈ ਗਈ ਹੋ ਗਈ। ਉਸ ਵੇਲੇ ਮੁਹੰਮਦ ਸਦੀਕ, ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਮਾਨ ਮਰਾੜਾ ਵਾਲਿਆਂ ਦੇ ਗੀਤ ਖੂਬ ਚੱਲਿਆ ਕਰਦੇ ਸੀ, ਇਸ ਕਰਕੇ ਦੇਵ ਥਰੀਕੇ ਵਾਲੇ ਨੂੰ ਵੀ ਵਧੀਆ ਤੇ ਨਵੀਂ ਆਵਾਜ਼ ਦੀ ਹਮੇਸ਼ਾ ਤਲਾਸ਼ ਰਹੀ। ਦੇਵ ਸਕੂਲੋਂ ਸਾਈਕਲ ਤੇ ਪਿੰਡ ਨੂੰ ਜਾਇਆ ਕਰਦੇ ਸੀ ਤੇ ਸਕੂਲ ਦੇ ਵਿੱਚ ਪੜ੍ਹਾ ਕੇ ਫਿਰ ਪਿੰਡ ਨੂੰ ਵੀ ਸਾਈਕਲ ਤੇ ਆਇਆ ਕਰਦੇ ਸੀ। ਤੇ ਸ਼ਾਮ ਵੇਲੇ ਜਾਂ ਆਥਣ ਵੇਲੇ ਆਖਾਂ ਬੱਸ ਅੱਡੇ ਕੋਲ ਗਾਉਣ ਵਾਲਿਆਂ ਦੇ ਦਫ਼ਤਰ ਹੋਇਆ ਕਰਦੇ ਸੀ ਤੇ ਦਫ਼ਤਰਾਂ ਦੇ ਕੋਲ ਖੜ ਕੇ 4 ਬੰਦਿਆਂ ਨੂੰ ਮਿਲ ਕੇ ਹਵਾ ਪਿਆਜੀ ਜੀ ਹੋ ਕੇ ਘਰੇ ਅੱਪੜਿਆ ਕਰਦੇ ਸੀ। ਕਿਉਂਕਿ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਲੁਧਿਆਣੇ ਦੇ ਬੱਸ ਸਟੈਂਡ ਦੇ ਆਲੇ ਦੁਆਲੇ ਸਾਰੇ ਗਵਈਆਂ ਦੇ ਦਫ਼ਤਰ ਹੋਇਆ ਕਰਦੇ ਸੀ ਤੇ ਬੋਰਡ ਲੱਗੇ ਹੋਇਆ ਕਰਦੇ ਸੀ। ਉੱਥੇ ਉਹਨਾਂ ਨੇ ਆਉਣਾ, ਆ ਕੇ ਬੋਰਡਾਂ ਦੇ ਕੋਲ ਖੜਨਾ, ਕੁਝ ਇੱਕ ਬੰਦਿਆਂ ਦੇ ਨਾਲ ਹਵਾ ਪਿਆਜੀ ਹੋਣਾ ਤੇ ਘਰੇ ਆ ਜਾਣਾ। ਇਸੇ ਦੌਰਾਨ ਇੱਕ ਦਿਨ ਸੋਮੇ ਦੇ ਢਾਬੇ ਤੇ ਦੇਵ ਸਾਹਿਬ ਨੂੰ ਮਾਣਕ ਟੱਕਰਦੇ ਆਏ। ਦੇਵ ਸਾਹਿਬ ਦੇ ਨਾਨਕੇ ਬਠਿੰਡੇ ਜ਼ਿਲ੍ਹੇ 'ਚ ਤੇ ਮਾਣਕ ਦਾ ਪਿੰਡ ਬਠਿੰਡੇ ਜ਼ਿਲ੍ਹੇ 'ਚ। ਬਸ ਫੇਰ ਕੀ ਸੀ, ਦੋਵਾਂ ਨੇ ਅਧਿਆ ਫੜਿਆ, ਤੂੰ ਮੇਰਾ ਬਾਈ ਤੇ ਮੈਂ ਤੇਰਾ ਬਾਈ ਹੋ ਗਈ। ਪਹਿਲਾਂ ਹੀ ਅਨੇਕਾਂ ਗੀਤ ਰਿਕਾਰਡ ਹੋ ਚੁੱਕੇ ਸੀ। ਮਾਣਕ ਦੇ ਵੀ 2 ਕਤਵੇ ਆਏ ਸੀ, 1-2 ਗਾਣਿਆਂ ਦਾ ਤਾਂ ਦੂਜਾ ਲੋਕ ਕਥਾਵਾਂ ਦਾ। ਪਰ ਦੇਵ ਨੂੰ ਮਾਣਕ ਸਾਹਿਬ ਦੀ ਆਵਾਜ਼ ਬੜੀ ਪਸੰਦ ਆਈ। ਦੇਵ ਸਾਹਿਬ ਨੇ ਮਾਣਕ ਨੂੰ 4 ਲੋਕ ਕਥਾਵਾਂ ਪਹਿਲਾਂ ਲਿਖ ਕੇ ਦਿੱਤੀਆਂ। ਮੈਂ ਜਿਸ ਦਿਨ ਮੁਲਾਕਾਤ ਕਰਨ ਵਾਸਤੇ ਦੇਵ ਸਾਹਿਬ ਕੋਲ ਗਿਆ, ਦੇਵ ਸਾਹਿਬ ਨੂੰ ਪੁੱਛਿਆ ਕਿ ਲੋਕ ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਕਹਿੰਦੇ ਆ। ਉਹ ਕਹਿੰਦੇ ਜਿਹੜੇ ਲੋਕ ਕਹਿੰਦੇ ਆ ਉਹ ਗਲਤ ਬਿਆਨੀ ਕਰਦੇ ਆ। ਮਾਣਕ ਸਾਹਿਬ ਕਲੀਆਂ ਦੇ ਬਾਦਸ਼ਾਹ ਨਹੀਂ, ਮਾਣਕ ਸਾਹਿਬ ਲੋਕ ਗਾਥਾਵਾਂ ਦੇ ਬਾਦਸ਼ਾਹ ਨੇ। ਉਹ ਕਹਿੰਦੇ ਮਾਣਕ ਸਾਹਿਬ ਨੇ ਕੁੱਲ 12-13 ਕਲੀਆਂ ਗਾਈਆਂ ਨੇ, ਉਹਨਾਂ ਵਿੱਚੋਂ 9 ਮੇਰੀਆਂ ਲਿਖੀਆਂ ਹੋਈਆਂ ਨੇ। ਇਸ ਕਰਕੇ ਮਾਣਕ ਸਾਹਿਬ ਕਲੀਆਂ ਦੇ ਨਹੀਂ, ਲੋਕ ਗਾਥਾਵਾਂ ਦੇ ਬਾਦਸ਼ਾਹ ਨੇ। ਮਾਣਕ ਸਾਹਿਬ ਨੂੰ ਦੇਵ ਸਾਹਿਬ ਨੇ 4 ਲੋਕ ਗਾਥਾਵਾਂ ਲਿਖ ਕੇ ਦਿੱਤੀਆਂ। HMV ਨੇ ਉਹਨਾਂ ਨੂੰ 1973 ਦੇ ਵਿੱਚ 4 ਗੀਤਾਂ ਵਾਲੇ ਤਵੇ ਦੇ ਵਿੱਚ ਰਿਕਾਰਡ ਕੀਤਾ ਤੇ ਉਸ ਲੋਕ ਕਥਾਵਾਂ ਦੇ ਵਿੱਚ ਇੱਕ ਤਾਂ ਸੀ ਕਿ ਆਖੇ ਅਕਬਰ ਬਾਦਸ਼ਾਹ, ਜੈਮਲ ਫਤਿਹ ਦੀ ਲੋਕ ਕਥਾ। ਦੂਸਰਾ ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ ਦੁੱਲਾ ਪੱਟੀ ਦੀ ਹੈ। ਤੀਸਰੀ ਹੈ ਤੇਰੀ ਖਾਤਰ ਹੀਰੇ ਹੀਰ ਦੀ ਕਲੀ ਸੀ। ਫਿਰ ਇੱਕ ਸੀ ਕਹੇ ਰਸਾਲੂ ਰਾਣੀਏ ਸ਼ਾਹਣੀ ਕੌਲਾਂ। ਜਦੋਂ ਇਹ ਰਿਕਾਰਡ ਬਾਜ਼ਾਰ ਦੇ ਵਿੱਚ ਆਏ ਨਾ ਤਾਂ ਬਸ ਫਿਰ ਜਿੱਥੇ ਜਾਵੇ ਮਾਣਕ ਸਾਹਿਬ ਦੀ ਗੱਲ ਤੁਰੇ, ਜਿੱਧਰ ਜਾਣ ਮਾਣਕ ਸਾਹਿਬ ਦੀ ਗੱਲ ਤੁਰੇ। ਜਦੋਂ ਮਾਣਕ ਸਾਹਿਬ ਦੀ ਗੱਲ ਤੁਰਦੀ ਸੀ ਤਾਂ ਫਿਰ ਦੇਵ ਥਰੀਕੇ ਵਾਲੇ ਸਾਹਿਬ ਦੀ ਵੀ ਚਰਚਾ ਘਰ ਘਰ ਹੋਣ ਲੱਗੀ। HMV ਨੇ ਦੇਵ ਸਾਹਿਬ ਦੇ ਲਿਖੇ 5 ਹੋਰ ਗੀਤਾਂ ਦਾ ਇੱਕ ਤਵਾ ਰਿਕਾਰਡ ਕੀਤਾ। ਇਹਦੇ ਨਾਲ ਦੇਵ ਥਰੀਕੇ ਵਾਲੇ ਤੇ ਕੁਲਦੀਪ ਮਾਣਕ ਸਾਹਿਬ ਦੀ ਜੋੜੀ ਦੀ ਧੁੰਮ ਪੈ ਗਈ। ਅਗਲੇ ਵਰੇ ਫਿਰ 11 ਗੀਤਾਂ ਵਾਲਾ LP ਤਵਾ ਬਣਾਇਆ ਗਿਆ। ਪੰਜਾਬੀ ਗੀਤਾਂ ਦਾ ਇਹ ਇਤਿਹਾਸਕ ਪੰਨਾ ਜਿਸ ਦਾ ਮੈਂ ਇਸ ਵਕਤ ਜ਼ਿਕਰ ਕਰ ਰਿਹਾ। ਉਹਦੇ ਵਿੱਚ ਉਹ ਕਲੀ ਜਿਸ ਤੋਂ ਬਿਨਾਂ
ਉਹ ਲੋਕ ਗਾਥਾਵਾਂ ਜਿਸ ਤੋਂ ਬਿਨਾਂ ਕੁਲਦੀਪ ਮਾਣਕ ਸਾਹਿਬ ਦੀਆਂ ਸਟੇਜਾਂ ਅਧੂਰੀਆਂ ਹੁੰਦੀਆਂ ਸੀ। ਤੇਰੇ ਟਿੱਲੇ ਤੋਂ ਉਹ ਸੂਰਤ ਦੀਦੀ ਆ ਹੀਰ ਦੀ, ਇਹ ਉਹਦੇ ਵਿੱਚ ਹੈ। ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾ ਦਿਓ, ਇਹ ਵੀ ਉਹਦੇ ਵਿੱਚ ਸੀ। ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਇਹ ਵੀ ਉਹਦੇ ਵਿੱਚ ਸੀ। ਸਿਖਰ ਦੁਪਹਿਰੇ ਵਰਗੀ ਬੇਗੋ, ਇਹ ਵੀ ਉਹਦੇ ਵਿੱਚ ਸੀ। ਯਾਰੋ ਰੰਨਾ ਚੈਂਚਲ ਹਾਰੀਆਂ ਗੜ ਮੁਗਲਾਣੇ ਦੀਆਂ ਨਾਰਾਂ, ਇਹ ਕੁਝ ਇੱਕ ਜਿਹੜੇ ਗੀਤ ਸੀ। 11 ਗੀਤਾਂ ਦਾ ਤਵਾ ਰਿਲੀਜ਼ ਹੋ ਗਿਆ, ਬਸ ਫੇਰ ਕੀ ਸੀ। ਇਹਦੇ ਤੋਂ ਬਾਅਦ ਤੇ ਦੇਵ ਤੇ ਮਾਣਕ ਸਾਹਿਬ ਦੀ ਜੋੜੀ ਆਪਣੀ ਪ੍ਰਸਿੱਧੀ ਦੀਆਂ ਹੱਦਾਂ ਸਰਹੱਦਾਂ ਟੱਪ ਚੁੱਕੀ ਸੀ। ਇਹਦੇ ਤੋਂ ਬਾਅਦ 1977 ਦੇ ਵਿੱਚ ਜਸਵੰਤ ਭੰਵਰਾ ਦੇ ਸ਼ਾਗਿਰਦ ਸੁਰਿੰਦਰ ਛਿੰਦੇ ਨੂੰ 4 ਲੋਕ ਗਾਥਾਵਾਂ ਦੇ ਨਾਲ ਦੇਵ ਸਾਹਿਬ ਰੂਬਰੂ ਕਰਦੇ ਆ। ਇਹ ਵੀ ਚਾਰੇ ਲੋਕ ਗਾਥਾਵਾਂ ਵੀ HMV ਨੇ 1977 ਦੇ ਵਿੱਚ ਸੁਰਿੰਦਰ ਛਿੰਦੇ ਦੀ ਆਵਾਜ਼ ਦੇ ਵਿੱਚ ਤੇ ਰਾਮ ਸਰਨ ਦਾਸ ਦੇ ਸੰਗੀਤ ਦੇ ਵਿੱਚ ਰਿਕਾਰਡ ਕੀਤੀਆਂ। ਰਿਕਾਰਡ ਕਰਕੇ 4 ਗੀਤਾਂ ਵਾਲਾ ਇੱਕ ਤਵਾ ਬਣਾਇਆ। ਇਹਦੇ ਵਿੱਚ 4 ਗੀਤ ਸੀ ਜਿਹੜੇ ਨਾਲ ਸੁਰਿੰਦਰ ਛਿੰਦੇ ਦੀ ਵੀ ਚਰਚਾ ਹੋਈ। ਉੱਚਾ ਬੁਰਜ ਲਾਹੌਰ ਦਾ, ਇਹ ਹੀਰ ਦੀ ਕਲੀ ਸੀ। ਰੂਪ ਬਸੰਤ, ਰਾਣੀ ਇਛਰਾਂ, ਦਹੂਦ ਬਾਦਸ਼ਾਹ। ਜਦੋਂ ਇਹ ਰਿਕਾਰਡ ਕੀਤੇ ਗਏ, ਫਿਰ ਲੋਕ ਗਾਥਾਵਾਂ ਦੇ ਪਰਦੇ ਵਿੱਚ ਇੱਕ ਹੋਰ ਕਲਾਕਾਰ ਸੁਰਿੰਦਰ ਛਿੰਦੇ ਦਾ ਪ੍ਰਵੇਸ਼ ਹੁੰਦਾ ਹੈ। ਤੇ ਇਹਦੇ ਤੋਂ ਬਾਅਦ ਦੇਵ ਸਾਹਿਬ ਦਾ ਲਿਖਿਆ, ਸੁਰਿੰਦਰ ਛਿੰਦੇ ਦਾ ਗਾਇਆ, ਚਰਨਜੀਤ ਆਹੂਜਾ ਸੰਗੀਤ ਸਮਰਾਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਦਾ ਸੰਗੀਤਬੱਧ ਕੀਤਾ ਓਪੇਰਾ ਜਿਉਣਾ ਮੋੜ। ਹੁਣ ਜਿਉਣਾ ਮੋੜ ਦੇ ਨਾਲ ਵੀ ਜੁੜੀ ਇੱਕ ਕਹਾਣੀ ਹੈ। ਦੇਵ ਸਾਹਿਬ ਨੇ ਮੈਨੂੰ ਖੁਦ ਦੱਸੀ ਕਿ ਅਸਲ ਦੇ ਵਿੱਚ ਮੈਂ ਉਹ ਓਪੇਰਾ ਕੁਲਦੀਪ ਮਾਣਕ ਵਾਸਤੇ ਲਿਖਿਆ। ਕੁਲਦੀਪ ਮਾਣਕ ਉਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਸ਼ੋਅ ਕਰਨ ਆਏ ਹੋਏ ਸੀ। ਉਹਨਾਂ ਦਿਨਾਂ ਦੇ ਵਿੱਚ ਫੋਨ ਦਾ ਇੰਨਾ ਵਰਤਾਰਾ ਨਹੀਂ ਸੀ। 3 ਕੁ ਮਹੀਨੇ ਉਹ ਕੈਨੇਡਾ ਵਿੱਚ ਠਹਿਰਦੇ ਆ, ਪਰ ਉਨੀ ਦੇਰ ਤੱਕ ਮੈਂ ਉਹ ਓਪੇਰਾ ਲਿਖ ਕੇ ਸੁਰਿੰਦਰ ਛਿੰਦਾ ਤੋਂ ਰਿਕਾਰਡ ਕਰਵਾਉਣ ਦਾ ਕੋਈ ਮਨ ਨਹੀਂ ਸੀ। ਸੰਗੀਤ ਸਮਰਾਟ ਚਰਨਜੀਤ ਆਹੂਜਾ ਸਾਹਿਬ ਨੂੰ ਸੁਣਾ ਚੁੱਕਿਆ ਸੀ। ਸੁਰਿੰਦਰ ਛਿੰਦਾ ਤੇ ਦੇਵ ਸਾਹਿਬ ਆਪਸ ਦੇ ਵਿੱਚ ਰਿਸ਼ਤੇਦਾਰ। ਦੇਵ ਸਾਹਿਬ ਦੇ ਬਾਬਤ, ਉਹਨਾਂ ਦੇ ਲਿਖੇ ਓਪੇਰੇ ਦੇ ਬਾਬਤ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਸੁਰਿੰਦਰ ਛਿੰਦੇ ਨੂੰ ਦੱਸਦੇ ਆ ਤੇ ਸੁਰਿੰਦਰ ਛਿੰਦਾ ਉਹਨਾਂ ਤੋਂ ਜਾ ਕੇ ਮੰਗ ਕਰਦਾ। ਤੇ ਉਸ ਮੁਲਾਕਾਤ ਦੇ ਵਿੱਚ ਜਿਹੜੀ ਮੇਰੇ ਨਾਲ ਹੋਈ, ਉਹਦੇ ਵਿੱਚ ਦੇਵ ਸਾਹਿਬ ਜ਼ਿਕਰ ਕਰਦੇ ਆ ਕਿ ਉਹਦੇ ਤੋਂ ਬਾਅਦ ਸੁਰਿੰਦਰ ਛਿੰਦਾ ਰੋਟੀ ਪੈ ਗਿਆ। ਇਹ ਪੰਜਾਬੀ ਗੀਤਕਾਰੀ ਤੇ ਗਾਇਕੀ ਦਾ ਇੱਕ ਇਤਿਹਾਸਕ ਪੰਨਾ ਮੈਂ ਤੁਹਾਨੂੰ ਦੱਸ ਰਿਹਾ। ਤੇ ਦੂਸਰੇ ਪਾਸੇ ਮਾਣਕ ਸਾਹਿਬ ਕਹਿੰਦੇ ਮੇਰੇ ਨਾਲ ਕਈ ਸਾਲ ਬੋਲੇ ਨਹੀਂ, ਕਹਿੰਦੇ ਸੀ ਬੁੜੇ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ। ਮੇਰੇ ਕੋਲੋਂ ਕਹਿੰਦੇ ਮੇਰੀ ਘਰਵਾਲੀ ਪ੍ਰੀਤਮ ਕੌਰ ਕੋਲ ਬੈਠ ਕੇ ਚੁੱਲ੍ਹੇ ਤੇ ਰੋਟੀ ਖਾ ਜਾਣੀ, ਰਾਤ ਨੂੰ ਕੋਠੇ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਮੱਛਰਦਾਨੀ ਲਾ ਕੇ ਪੈ ਜਾਣਾ, ਸੌ ਜਾਣਾ, ਮੇਰੇ ਤੋਂ ਗੀਤ ਵੀ ਲੈ ਜਾਣਾ, ਪਰ ਮੈਨੂੰ ਬੁਲਾਉਣਾ ਨਾ। ਹੁਣ ਦੇਵ ਸਾਹਿਬ ਦੇ ਗੀਤ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਰਿਕਾਰਡ ਹੋਏ ਆ। ਕਈ ਗੀਤ ਤਾਂ ਉਹਨਾਂ ਦੇ ਇਸ ਤਰ੍ਹਾਂ ਦੇ ਨੇ ਜਿਹੜੇ ਬਹੁਤ ਸਾਰੇ ਕਲਾਕਾਰਾਂ ਨੇ ਰਿਕਾਰਡ ਕਰਵਾਏ, ਜਿਵੇਂ ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ। ਇਹ ਗੀਤ ਮਾਣਕ ਸਾਹਿਬ ਨੇ ਵੀ, ਇਹ ਸੁਰਿੰਦਰ ਕੌਰ ਨੇ ਵੀ, ਇਹ ਕਰਮਜੀਤ ਧੂਰੀ ਨੇ ਵੀ ਵਾਰੋ-ਵਾਰੀ ਰਿਕਾਰਡ ਕਰਵਾਏ ਆ। ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨੀ ਉੱਠ ਵੇਖ ਨੇ ਕੌਣ ਪਰਾਹੁਣਾ ਆਇਆ, ਫੁੱਲ ਵਰਗੀ ਮਹਿਕ ਜਈ ਕੀ ਬੀਹੀ ਚੋਂ ਆਵੇ, ਰਾਤ ਵਾਲਾ ਰੱਬ ਕਰਕੇ ਨੀ ਸੁਪਨਾ ਸੱਚਾ ਹੋ ਜਾਵੇ, ਚੁੱਲ੍ਹੇ ਮੂਰੇ ਬੈਠੀ ਦਾ ਨੀ ਮੇਰਾ ਅੰਗ ਅੰਗ ਨਸ਼ਿਆਇਆ, ਨੀ ਉੱਠ ਵੇਖਣਾ ਨੇ ਤੱਕ ਕੌਣ ਪਰਾਹੁਣਾ ਆਇਆ। ਅਸਲ ਦੇ ਵਿੱਚ ਦੇਵ ਸਾਹਿਬ ਦੇ ਗੀਤ ਜਿਹੜੇ ਲਿਖੇ ਹੋਏ ਨੇ, ਹੁਣ ਉਹਨਾਂ ਨੂੰ ਗੀਤ ਕਹਿਣ ਨੂੰ ਵੀ ਦਿਲ ਨਹੀਂ ਕਰਦਾ, ਕਿਉਂਕਿ ਬਹੁਤ ਸਾਰੀ ਨਵੀਂ ਪਨੀਰੀ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਇਹ ਗੀਤ ਦੇਵ ਤਰੀਕੇ ਵਾਲੇ ਦੇ ਨੇ। ਅਸਲ ਦੇ ਵਿੱਚ ਲੋਕ ਗੀਤਾਂ ਦਾ ਹਾਣੀ ਹੋ ਚੁੱਕਿਆ ਦੇਵ ਤਰੀਕੇ ਵਾਲਾ। ਇਹ ਦੇਵ ਸਾਹਿਬ ਦੀ ਲੇਖਣੀ ਦਾ ਕਮਾਲ ਕਹੀਏ। ਗੀਤ ਦੀ ਰੂਹ ਨੂੰ ਮਾਣਦੇ ਹੋਏ ਦੇਵ ਸਾਹਿਬ ਨੇ ਗੀਤਾਂ ਦੇ ਵਿੱਚ ਕਈਆਂ 'ਚ ਆਪਣਾ ਨਾਮ ਵੀ ਨਹੀਂ ਲਿਖਿਆ। ਉਹਦਾ ਇਹ ਗੀਤਕਾਰੀ ਪ੍ਰਤੀ ਸਮਰਪਣ ਆਖਿਆ ਜਾ ਸਕਦਾ ਹੈ। ਦੇਵ ਸਾਹਿਬ ਦੇ ਬਹੁਤ ਸਾਰੇ ਗੀਤ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਕੱਲੇ-ਕੱਲੇ ਗੀਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਾਅਵੇ ਨਾਲ ਆਖਿਆ ਜਾ ਸਕਦਾ ਕਿ ਵਿਦਿਆਰਥੀ PhD ਕਰਿਆ ਕਰਨਗੇ। ਕਹਿੰਦੇ ਆ ਸੱਜਣਾ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ਵੇ। ਕਹਿੰਦੇ ਆ ਸੱਜਣਾ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ਵੇ, ਕੀ ਪਤਾ ਫਿਰ ਦੁਨੀਆ ਉੱਤੇ ਆਈਏ ਜਾਂ ਨਾ ਆਈਏ ਵੇ। ਜਾਂ ਉਹਨਾਂ ਦਾ ਆ ਗੀਤ ਬਹੁਤ ਮਕਬੂਲ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਮਾਂ ਹੈ ਰੱਬ ਦਾ ਨਾਂ ਓਏ ਦੁਨੀਆ ਵਾਲਿਓ, ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ। ਕਹਿੰਦੇ ਮਾਂ ਬਿਨਾਂ ਨਾ ਕੋਈ ਲਾਡ ਲੜਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ,
ਖੋ ਲੈਂਦੇ ਟੁੱਕ ਕਾਂ ਓਏ ਦੁਨੀਆ ਵਾਲਿਓ, ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ। ਕਹਿੰਦੇ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ, ਪਾਉਂਦੀ ਸੁੱਕੀ ਥਾਂ ਓਏ ਦੁਨੀਆ ਵਾਲਿਓ, ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ। ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ। ਤੁਸੀਂ ਦੇਖੋ ਬੰਦਸ਼ਾਂ ਦੇਖੋ, ਫੀਲ ਦੇਖੋ। ਅਰੇ ਇਹ ਗੀਤ ਸੱਚਮੁੱਚ ਲੋਕ ਗੀਤਾਂ ਵਰਗੇ ਗੀਤ ਨੇ ਜਿਹੜੇ ਕਿੰਨੇ ਦਹਾਕਿਆਂ ਤੋਂ ਲਗਾਤਾਰ ਵੱਜਦੇ ਆ। ਅੱਜ ਵੀ ਜਦੋਂ ਰੇਡੀਓ ਪ੍ਰੋਗਰਾਮ ਕਿਤੇ ਹੁੰਦੇ ਨੇ, ਮਦਰਸ ਡੇ ਵਾਲੇ ਦਿਨ ਹੋਰ ਭਾਵੇਂ ਗੀਤ ਕੋਈ ਹੋਸਟ ਜੋਕੀ ਲਾਵੇ ਨਾ ਲਾਵੇ, ਪਰ ਦੇਵ ਸਾਹਿਬ ਦਾ ਲਿਖਿਆ, ਕੁਲਦੀਪ ਮਾਨਕ ਸਾਹਿਬ ਦਾ ਗਾਇਆ ਇਹ ਗੀਤ ਜ਼ਰੂਰ ਉਸ ਪ੍ਰੋਗਰਾਮ ਦਾ ਸ਼ਿੰਗਾਰ ਬਣਦਾ ਹੈ। ਔਰ ਮੈਂ ਕਿੰਨੇ ਵਾਰੇ ਰੇਡੀਓ ਪ੍ਰੋਗਰਾਮ ਕਰਦਾ ਰਿਹਾ, ਇੱਕ ਵਾਰ ਨਹੀਂ ਅਨੇਕਾਂ ਵਾਰ ਇਹ ਗੀਤ ਲਾਉਣਾ ਪੈਂਦਾ ਸੀ। ਦੇਵ ਸਾਹਿਬ ਇੱਕ ਸਮਰੱਥ ਗੀਤਕਾਰ, ਦੁਗਾਣੇ ਉਹਨਾਂ ਨੇ ਲਿਖ ਦਿੱਤੇ, ਲੋਕ ਗਥਾਵਾਂ ਉਹਨਾਂ ਨੇ ਲਿਖ ਦਿੱਤੀਆਂ, ਲੋਕ ਤੱਥ ਉਹਨਾਂ ਨੇ ਲਿਖ ਦਿੱਤੇ, ਵਾਰਾਂ ਉਹਨਾਂ ਨੇ ਲਿਖ ਦਿੱਤੀਆਂ, ਧਾਰਮਿਕ ਗੀਤ ਉਹਨਾਂ ਨੇ ਲਿਖ ਦਿੱਤੇ, ਕਲੀਆਂ ਉਹਨਾਂ ਨੇ ਲਿਖ ਦਿੱਤੀਆਂ, ਉਦਾਸ ਗੀਤ ਉਹਨਾਂ ਨੇ ਲਿਖ ਦਿੱਤੇ, ਉਪੇਰੇ ਉਹਨਾਂ ਨੇ ਲਿਖ ਦਿੱਤੇ, ਵਿਛੋੜੇ ਦੇ ਗੀਤ ਉਹਨਾਂ ਨੇ ਲਿਖ ਦਿੱਤੇ, ਵਸਲ ਤੇ ਉਹਨਾਂ ਨੇ ਲਿਖਿਆ। ਫਿਰ ਇਸ ਤਰ੍ਹਾਂ ਦਾ ਕੋਈ ਪੰਜਾਬੀ ਗੀਤਕਾਰ ਹੈ ਜਿਹਦੇ ਇੰਨੇ ਵੱਡੇ ਵਿਸ਼ਾਲ ਸਮੇਂ ਦੇ ਵਿੱਚ ਕੋਈ ਗੀਤ ਹਿੱਟ, ਕਿਸੇ ਦੇ 1 ਨੇ, ਕਿਸੇ ਦੇ 10 ਨੇ, ਕਿਸੇ ਦੇ 20 ਨੇ, ਕਿਸੇ ਦੇ 30 ਨੇ, ਔਰ 40 ਸਾਲ ਲਗਾਤਾਰ ਬਨੇਰਿਆਂ ਤੇ ਵੱਜਦੇ ਹੋਣ। ਪੰਜਾਬੀ ਗੀਤਾਂ ਦੀ ਹਰ ਵਿਧਾ ਨੂੰ ਜਿਨ੍ਹਾਂ ਨੇ ਬਖੂਬੀ ਲਿਖਿਆ ਹੋਵੇ। ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਗੀਤਕਾਰ ਦੇ ਜਿਉਂਦੇ ਜੀ ਉਹਨਾਂ ਦੇ ਨਾਮ ਤੇ ਸੁਸਾਇਟੀ ਬਣ ਗਈ ਹੋਵੇ। ਇਹ ਸਿਰਫ ਤੇ ਸਿਰਫ ਮਾਣ ਦੇਵ ਥਰੀਕੇ ਵਾਲੇ ਸਾਹਿਬ ਨੂੰ ਪ੍ਰਾਪਤ ਹੋਇਆ ਕਿ ਇੰਗਲੈਂਡ ਵਾਸਤੇ ਦੇਵ ਦੇ ਗੀਤਾਂ ਦੇ ਆਸ਼ਕ ਸੋਖਾ ਉਦੈਪੁਰੀਆ ਹੋਰਾਂ ਨੇ ਦੇਵ ਥਰੀਕੇ ਵਾਲਾ ਐਪਰੀਸੀਏਸ਼ਨ ਸੁਸਾਇਟੀ ਬਣਾ ਕੇ ਇੱਕ ਮਿਸਾਲ ਪੈਦਾ ਕੀਤੀ। ਦੇਵ ਸਾਹਿਬ ਨੇ ਭੁੱਲੀਆਂ ਵਿਸਰੀਆਂ ਲੋਕ ਗਥਾਵਾਂ ਮੁੜ ਕੇ ਰਿਕਾਰਡ ਕਰਾ ਕੇ ਸੁਰਜੀਤ ਕਰ ਦਿੱਤੀਆਂ, ਸਦੀਵੀ ਬਣਾ ਦਿੱਤੀਆਂ। ਦੇਵ ਸਾਹਿਬ ਦੀ ਕਲਮ ਦਾ ਅੰਤ ਤੱਕ ਜਲੌ ਬਰਕਰਾਰ ਰਿਹਾ। ਦੇਵ ਸਾਹਿਬ ਜਦੋਂ ਮਿਲਦੇ ਸੱਚਮੁੱਚ ਬੜੇ ਸ਼ਾਂਤ ਸੁਭਾਅ ਦੇ, ਬੜੇ ਮਿਲਾਪੜੇ ਸੁਭਾਅ ਦੇ। ਮੈਂ ਉਹਨਾਂ ਨੂੰ ਪੁੱਛ ਲਿਆ ਕਿ ਬਾਪੂ ਜੀ ਮਿਲਣ ਆਉਣਾ ਸੀ, ਮੈਂ ਤੁਹਾਨੂੰ ਤਾਂ ਹੀ ਫੋਨ ਕੀਤਾ, ਤੇ ਸੁਖਵਿੰਦਰ ਸੁਖੀ ਜਿਹੜੇ ਪੰਜਾਬੀ ਦੇ ਗੀਤਕਾਰ ਨੇ, ਮੈਂ ਉਹਨਾਂ ਦਾ ਕਦੀ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਦੀ ਬਦੌਲਤ ਉਹ ਮੁਲਾਕਾਤ ਹੋਈ। ਮੈਨੂੰ ਕਹਿੰਦੇ ਇੱਕ ਪਾਸੇ ਬਾਪੂ ਵੀ ਕਹੀ ਜਾਂਦਾ, ਦੂਸਰੇ ਪਾਸੇ ਕਹਿਣਾ ਕਿ ਫੋਨ ਕਰਕੇ ਆਉਣਾ ਸੀ। ਮੈਂ ਘਰ ਛੱਡ ਕੇ ਕਦੇ ਕਿਤੇ ਨਹੀਂ ਜਾਂਦਾ। ਆ ਮਾਂ ਤੇਰੀ ਬੈਠੀ ਆ, ਉਹਨਾਂ ਦਿਨਾਂ ਦੇ ਵਿੱਚ ਪ੍ਰੀਤਮ ਕੌਰ ਜੀ ਜਿਉਂਦੇ ਸਨ, ਪਰ ਕੁਝ ਅਰਸੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਦੇਵ ਸਾਹਿਬ ਹੁਣ ਇਕੱਲੇ ਪੈ ਗਏ ਸਨ, ਚੜ੍ਹਦੀ ਕਲਾ 'ਚ ਮਿਲੇ, ਪੈਸਿਆਂ ਦੀ ਕਦੇ ਭੁੱਖ ਉਹਨਾਂ ਦਿਖਾਈ ਨਾ। ਮੈਨੂੰ ਪੁੱਛਿਆ, ਕਹਿੰਦੇ ਗੀਤ ਤਾਂ ਤੇਰੇ ਵੀ ਚੰਗੇ ਹੁੰਦੇ ਨੇ ਬਈ, ਕਿੰਨੇ ਕੁ ਪੈਸੇ ਮਿਲ ਜਾਂਦੇ ਆ? ਮੈਂ ਕਿਹਾ ਜੀ ਇਹ ਸਵਾਲ ਤੁਹਾਡਾ ਜਾਇਜ਼ ਹੈ, ਪਰ ਇਹ ਸਵਾਲ ਤੁਸੀਂ ਕੀਤਾ ਕਿਉਂ? ਕਿੱਥੇ ਸੂਰਜ ਤੇ ਕਿੱਥੇ ਇਧਰਲੇ ਪਾਸੇ ਛੋਟਾ ਜਿਹਾ ਇੱਕ ਦੀਵਾ? ਉਹ ਕਹਿੰਦੇ ਮੈਂ ਸੁਣਦਾ, ਕਹਿੰਦੇ ਨੇ 2-2 4-4 ਲੱਖ ਮਿਲ ਜਾਂਦਾ ਹੈ। ਮੈਂ ਕਿਹਾ ਜੀ ਕਈ ਤਾਂ 20-20 30-30 ਲੱਖ ਵੀ ਕਹਿੰਦੇ ਆ। ਕਹਿੰਦੇ ਉਹ ਮੇਰੇ ਨਾਲੋਂ ਵੀ ਵੱਡੇ ਗੀਤਕਾਰ ਨੇ। ਪੁੱਛਿਆ ਮੈਨੂੰ ਉਹਨਾਂ ਨੇ ਕਿ ਇੰਨੇ ਸਾਲਾਂ ਦੀ ਉਹਨਾਂ ਦੇ ਗੀਤਾਂ ਦੀ ਉਮਰ ਹੋਵੇਗੀ? ਮੈਂ ਕਿਹਾ ਬਾਪੂ ਜੀ ਜਿਹੜੇ ਸਮਿਆਂ 'ਚ ਤੁਸੀਂ ਲਿਖਿਆ ਲੋਕ ਲਾਲਚੀ ਨਹੀਂ ਸਨ, ਉਸ ਵਕਤ ਤੁਸੀਂ ਆਪਣੀ ਰੱਤ ਨਿਚੋੜ ਕੇ ਲਿਖਿਆ। ਮੈਂ ਪੁੱਛਿਆ ਫਿਰ ਲਿਖਦੇ ਕਿਵੇਂ ਹੋ? ਹੁਣ ਤਾਂ ਤੁਕਬੰਦੀ ਹੁੰਦੀ ਹੈ, ਹੁਣ ਤਾਂ ਕਈ ਵਾਰੀ ਕਿਸੇ ਵਿਅਕਤੀ ਦਾ ਤੋਲ ਤੁਕਾਂਤ ਵੀ ਨਹੀਂ ਮਿਲਦਾ, ਔਰ ਕਾਫੀਆ ਵੀ ਨਹੀਂ ਮਿਲ ਰਿਹਾ ਹੁੰਦਾ, ਤਾਂ ਵੀ ਗੀਤ ਹਿੱਟ ਨੇ, ਤਾਂ ਵੀ ਲੋਕ ਰਿਕਾਰਡ ਕਰਦੇ ਆ। ਉਹ ਕਹਿੰਦੇ ਮੈਂ ਦੁੱਲਾ ਪੱਟੀ ਲਿਖਿਆ, ਮੈਂ ਰਸਾਲੂ ਲਿਖਿਆ, ਮੈਂ ਕੌਲਾਂ ਲਿਖੀ, ਮੈਂ ਸਾਹਿਬਾਂ ਲਿਖੀ, ਮੈਂ ਮਿਰਜ਼ਾ ਲਿਖਿਆ। ਆਹ ਦੇਖ ਕਿਤਾਬਾਂ, ਪਹਿਲਾਂ ਕਿਤਾਬਾਂ ਪੜ੍ਹੀਆਂ ਤੇ ਫਿਰ ਮੈਂ ਇਹ ਲਿਖੇ। ਮੈਂ ਕਿਹਾ ਬਸ ਆਹੀ ਫਰਕ ਸੀ, ਅੱਜ ਕਿਤਾਬਾਂ ਨਹੀਂ ਪੜ੍ਹੀਆਂ ਜਾਂਦੀਆਂ, ਅੱਜ ਲੋਕਾਂ ਨੂੰ ਪੜ੍ਹ ਕੇ ਗੀਤ ਲਿਖ ਦਿੱਤੇ ਜਾਂਦੇ ਨੇ। ਇਸੇ ਕਰਕੇ ਉਮਰਾਂ ਲੰਬੇਰੀਆਂ ਨਹੀਂ, ਪਰ ਅਣਹੋਣੀ ਨੇ ਵਾਪਰਨਾ ਹੁੰਦਾ ਹੈ। ਜਿਹੜਾ ਇਨਸਾਨ ਧਰਤ ਤੇ ਆਇਆ ਉਹਨੇ ਜਾਣਾ ਹੁੰਦਾ ਹੈ। ਆਖਰਕਾਰ 25 ਜਨਵਰੀ 2022 ਦੀ ਮਨਹੂਸ ਸਵੇਰ, ਜਿਸ ਨੇ ਦੇਵ ਸਾਹਿਬ ਦੇ ਤੁਰ ਜਾਣ ਦੀ ਖਬਰ ਸੁਣਾ ਕੇ ਸਮੁੱਚੇ ਪੰਜਾਬੀ ਸੰਗੀਤ ਜਗਤ ਨੂੰ, ਸਮੁੱਚੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅਕਸਰ ਆਪਾਂ ਕਹਿੰਦੇ ਆ ਕਿ ਫਲਾਣਾ ਬੰਦਾ ਤੁਰ ਗਿਆ, ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਸੱਚਮੁੱਚ ਹੁੰਦਾ, ਉਸ ਖਲਾਅ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਦੇਵ ਸਾਹਿਬ ਦੇ ਜਾਣ ਦੇ ਨਾਲ ਗੀਤਕਾਰੀ ਦਾ ਉਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
ਜਿਸ ਨੂੰ ਕਦੇ ਇਸ ਖੱਪੇ ਨੂੰ ਕੋਈ ਭਰ ਨਹੀਂ ਸਕਦਾ, ਤੇ ਮੈਂ ਮਹਿਸੂਸ ਕਰਦਾ ਕਿ ਪੂਰੇ ਇੱਕ ਅਧਿਆਏ ਦਾ ਅੰਤ ਹੋ ਗਿਆ। ਪਰ ਦੂਸਰਾ ਪੱਖ ਇਹ ਹੈ ਕਿ ਭਾਵੇਂ ਦੇਵ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਪਰ ਉਹਨਾਂ ਦੇ ਗੀਤਾਂ ਦਾ ਕੁਝ ਇੱਕ ਦਾ ਤਾਂ ਜ਼ਿਕਰ ਮੈਂ ਕੀਤਾ ਹੈ, ਪਰ ਸੈਂਕੜਿਆਂ ਦੀ ਗਿਣਤੀ ਵਿੱਚ ਗੀਤ ਨੇ। ਉਹ ਗੀਤ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਧੜਕਦੇ ਰਹਿਣਗੇ। ਦੇਵ ਸਾਹਿਬ ਜਿਸਮਾਨੀ ਤੌਰ ਤੇ ਇਸ ਜਹਾਨ ਤੋਂ ਰੁਖਸਤ ਹੋਏ ਹੈ, ਪਰ ਉਹ ਅਮਰ ਰਹਿਣਗੇ, ਉਹ ਜਿੰਦਾ ਰਹਿਣਗੇ ਆਪਣੇ ਬੋਲਾਂ ਦੇ ਕਰਕੇ, ਆਪਣੇ ਗੀਤਾਂ ਦੇ ਕਰਕੇ। ਸੋ ਦੋਸਤੋ, ਕੋਸ਼ਿਸ਼ ਕੀਤੀ ਹੈ ਦੇਵ ਸਾਹਿਬ ਨਾਲ ਬਿਤਾਏ ਕੁਝ ਪਲ ਤੁਹਾਡੇ ਸਨਮੁਖ, ਤੁਹਾਡੇ ਰੂਬਰੂ ਕਰ ਸਕਾਂ। ਉਹਨਾਂ ਨੇ ਕਿਵੇਂ ਲਿਖਿਆ, ਕਿੱਥੋਂ ਸ਼ੁਰੂਆਤ ਹੋਈ, ਹਰਦੇਵ ਸਿੰਘ ਤੋਂ ਦੇਵ ਥਰੀਕੇ ਵਾਲੇ ਸਾਹਿਬ ਦਾ ਸਫ਼ਰ ਕਿਹੋ ਜਿਹਾ ਸੀ, ਇਹਨਾਂ ਕੁਝ ਮਿੰਟਾਂ ਦੇ ਵਿੱਚ ਮੈਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਚੰਗਾ ਲੱਗਿਆ, ਪੰਜਾਬੀ ਗੀਤ ਸੰਗੀਤ ਨੂੰ ਮੁਹੱਬਤ ਕਰਦੇ ਹੋ, ਦੇਵ ਸਾਹਿਬ ਨੂੰ ਬਹੁਤ ਸਾਰੇ ਲੋਕ ਸੁਣਦੇ ਆ, ਉਹਨਾਂ ਦੇ ਗੀਤ ਸੁਣਦੇ ਰਹਿਣਗੇ। ਹੋ ਸਕਦਾ ਦੇਵ ਸਾਹਿਬ ਬਾਬਤ ਆ ਜਾਣਕਾਰੀ ਉਹਨਾਂ ਕੋਲ ਨਾ ਹੋਵੇ, ਕਿਰਪਾ ਕਰਕੇ ਅੱਗੇ ਤੋਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰ ਦਿਓ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।